ਸਤਿ ਸ਼੍ਰੀ ਅਕਾਲ ਜੀ। ਜੋਲੀ ਰੈਫ੍ਰਿਜਰੇਸ਼ਨ ਤੋਂ ਤੁਹਾਡਾ ਦੋਸਤ ਮੌਂਟੀ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੈ। ਦੋ ਤਿੰਨ ਵਿਸ਼ਿਆਂ ਦੇ ਉੱਤੇ ਗੱਲ ਕਰਨੀ ਜ਼ਰੂਰੀ ਹੈ, ਜਿਨ੍ਹਾਂ 'ਚੋਂ ਅੱਜ ਇੱਕ ਵਿਸ਼ਾ ਬੜਾ ਇੰਪੋਰਟੈਂਟ ਚੁਣਿਆ ਜੀ। ਮੈਂ ਹਮੇਸ਼ਾ ਆਪਣੀ ਲਾਈਨ ਬਾਰੇ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਨੇ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ ਰਹਿਣਾ, ਤੁਹਾਡੇ ਰੂਬਰੂ ਹੁੰਦਾ ਰਹਿਣਾ। ਅੱਜ ਇੱਕ ਚੀਜ਼ ਬਾਰੇ ਮੈਨੂੰ ਕਾਫੀ ਕੁਐਰੀਜ਼ ਆਈਆਂ ਸੀ ਵੀ ਤੁਸੀਂ ਇਸ ਚੀਜ਼ ਬਾਰੇ ਜ਼ਰੂਰ ਦੱਸੋ, ਜ਼ਰੂਰ ਬੋਲੋ, ਅਤੇ ਜਿਹੜੀ ਪ੍ਰੋਬਲਮਸ ਆਪਾਂ ਨੂੰ ਫੇਸ ਆ ਰਹੀਆਂ ਏਅਰ ਕੰਡੀਸ਼ਨ ਤੋਂ ਰਿਲੇਟਡ ਉਹਦੇ ਬਾਰੇ ਜ਼ਰੂਰ ਸਮਝਾਓ। ਤਕਰੀਬਨ ਪਿਛਲੇ 15 ਦਿਨ ਤੋਂ ਮੈਨੂੰ ਜਿਹੜੀਆਂ ਕੰਪਲੇਂਟਸ ਆ ਰਹੀਆਂ ਨੇ ਉਹ ਇਨਵਰਟਰ ਨੂੰ ਲੈ ਕੇ ਆ ਰਹੀਆਂ ਨੇ। ਇਨਵਰਟਰ ਤੋਂ ਮੇਰਾ ਮੁਤਾਸਿਰ ਹੈ ਜੀ ਇਨਵਰਟਰ ਏਸੀ ਨੂੰ ਲੈ ਕੇ। ਇਨਵਰਟਰ ਏਸੀ ਬਾਰੇ ਮੈਨੂੰ ਲੋਕਾਂ ਦਾ ਕਹਿਣਾ ਇਹ ਸੀ ਕਿ ਵੀ ਅਸੀਂ ਇਨਵਰਟਰ ਖਰੀਦਣਾ ਨਹੀਂ ਚਾਹੁੰਦੇ, ਇਨਵਰਟਰ ਏਅਰ ਕੰਡੀਸ਼ਨ ਦੇ ਵਿੱਚ ਫੇਲੀਅਰ ਜ਼ਿਆਦਾ ਵੈ, ਇਨਵਰਟਰ ਏਅਰ ਕੰਡੀਸ਼ਨ ਸਾਨੂੰ ਪਰੇਸ਼ਾਨ ਕਰਦਾ ਹੈ। ਤਰ੍ਹਾਂ ਦੇ ਇਹਦੇ ਜਿਹੜੇ ਮਾਰਕੀਟ ਦੇ ਵਿੱਚ ਹਿਊਮਰਸ ਫੈਲੇ ਹੋਏ ਨੇ। ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਜਦੋਂ ਵੀ ਬੰਦਾ ਏਅਰ ਕੰਡੀਸ਼ਨ ਖਰੀਦਣ ਆਉਂਦਾ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਉਹ ਇਹ ਹੁੰਦੀ ਹੈ ਬਈ ਉਹਨੂੰ ਕਿੱਥੇ ਲਾ ਰਿਹਾ, ਕਿਹੜੀ ਜਗ੍ਹਾ ਦੇ ਉੱਤੇ ਉਹਨੂੰ ਯੂਜ਼ ਕਰ ਰਿਹਾ, ਉਸ ਜਗ੍ਹਾ ਦਾ ਸਕੁਏਅਰ ਫਿਟ ਏਰੀਆ ਕਿੰਨਾ, ਉਹਦਾ ਸਨਲਾਈਟ ਏਰੀਆ ਕਿੰਨਾ, ਔਰ ਉਹਦੀ ਵਰਕਿੰਗ ਚਲਾਉਣ ਦੀ ਕਿੰਨੇ ਘੰਟੇ ਦੀ ਹੈ। ਇਹ ਗੱਲ ਜਾਣਨਾ ਸਭ ਤੋਂ ਜ਼ਰੂਰੀ ਹੁੰਦਾ ਹੈ। ਹੁਣ ਕੁਝ ਕਸਟਮਰਸ ਜਦੋਂ ਅਸੀਂ ਉਹਨਾਂ ਨੂੰ ਇਹ ਚੀਜ਼ ਪੁੱਛਦੇ ਹਾਂ ਤਾਂ ਉਹ ਇਸ ਚੀਜ਼ ਨੂੰ ਬੁਰਾ ਮੰਨ ਜਾਂਦੇ ਆ, ਜਾਂ ਉਹ ਘਰੋਂ ਸੋਚ ਕੇ ਆਏ ਹੁੰਦੇ ਆ ਕਿ ਅਸੀਂ ਕਿੰਨੇ ਟਨ ਦਾ ਏਸੀ ਪਰਚੇਜ਼ ਕਰਨਾ ਹੈ। 90% ਲੋਕਾਂ ਦੀ ਜਿਹੜੀ ਸੋਚ ਇਹ ਹੁੰਦੀ ਹੈ, ਉਹ ਸੋਚ ਹੁੰਦੀ ਹੈ ਬਈ ਅਸੀਂ ਜਿਹੜਾ ਏਸੀ ਲੈਣਾ ਹੈ ਉਹ 1 ਟਨ ਦਾ ਹੀ ਲੈਣਾ ਹੈ। ਅਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਬਈ 1 ਟਨ ਦਾ ਏਸੀ ਜਾਂ 1.5 ਟਨ ਦਾ ਏਸੀ ਜਾਂ 2 ਟਨ ਦਾ ਏਸੀ ਜਿਹੜਾ ਏਰੀਆ ਹੈ, ਤੁਸੀਂ ਉਸ ਏਰੀਏ ਦੇ ਅਕੋਰਡਿੰਗ ਉਸ ਚੀਜ਼ ਨੂੰ ਅਗਰ ਲੈਂਦੇ ਹੋ ਤਾਂ ਉਹ ਚੀਜ਼ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਨੁਕਸਾਨ ਨਹੀਂ ਦਿੰਦੀ। ਪਿਛਲੇ ਤਕਰੀਬਨ 1 ਮਹੀਨੇ ਤੋਂ ਮੇਰੇ ਕੋਲ ਕੁਝ ਇਨਵਰਟਰਸ ਸੜ ਕੇ ਆਏ, ਜਿਨ੍ਹਾਂ ਦੇ ਵਿੱਚੋਂ ਜਿਹੜਾ ਉਹਨਾਂ ਦੀ PCB ਸੀ, ਉਹਨਾਂ ਦੀ ਜਿਹੜੀ ਵੈਲਿਊ ਹੈ ਉਹ 10 ਤੋਂ 15 ਹਜ਼ਾਰ ਰੁਪਇਆ ਕੰਪਨੀ ਕਾਸਟ ਆਪਣੇ ਤੋਂ ਲੈਂਦੀ ਹੈ। ਉਹਦੇ ਲਈ ਜਦੋਂ ਕਾਸਟ ਕਸਟਮਰ ਨੂੰ ਬੇ ਕਰਨੀ ਪੈਂਦੀ ਹੈ, ਪੇ ਕਰਨੀ ਪੈਂਦੀ ਹੈ, ਤਾਂ ਚਾਹੇ ਬੰਦਾ ਕਿੰਨਾ ਮਰਜ਼ੀ ਅਮੀਰ ਹੋਵੇ, ਉਹਦੇ ਦਿਲ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਮੈਂ ਕਿਤੇ ਨਾ ਕਿਤੇ ਨੁਕਸਾਨ ਦਾ ਸੌਦਾ ਕਰ ਬੈਠਾ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਵਾਂ, ਜਦੋਂ ਵੀ ਤੁਸੀਂ ਇਨਵਰਟਰ ਏਸੀ ਨੂੰ ਪਰਚੇਜ਼ ਕਰਦੇ ਹੋ ਤੇ ਹਰ ਕੰਪਨੀ ਤੁਹਾਨੂੰ ਇਹ ਦੱਸਦੀ ਹੈ ਵੀ ਇਹਦੇ ਅੰਦਰ ਸਟੈਬਲਾਈਜ਼ਰ ਇਨਬਿਲਟ ਹੈ। ਇਹ ਚੀਜ਼ ਬਹੁਤ ਹੀ ਜ਼ਿਆਦਾ ਗਲਤ ਮਿੱਥ ਹੈ। ਅਸਲ ਦੇ ਵਿੱਚ ਸਟੈਬਲਾਈਜ਼ਰ ਜਿਹੜਾ ਦੱਸਿਆ ਜਾਂਦਾ ਵੀ ਤੁਸੀਂ ਇਹਦੇ 'ਚ ਨਾ ਲਗਾਓ, ਉਹ ਕੰਪਨੀ ਉਹਨਾਂ ਏਰੀਆਜ਼ ਵਾਸਤੇ ਕਹਿੰਦੀ ਹੈ ਜੋ ਮੈਟਰੋ ਸਿਟੀਜ਼ ਨੇ, ਲਾਈਕ ਬੰਬੇ ਹੋ ਗਿਆ, ਅੱਛੇ ਸੈਕਟਰ ਜਿਹੜੀ ਜਗ੍ਹਾ ਦੇ ਉੱਤੇ ਬਿਜਲੀ ਪ੍ਰੋਪਰ ਹੈ, ਬੈਂਗਲੋਰ ਹੋ ਗਿਆ, ਸਾਊਥ ਦੇ ਏਰੀਏ ਹੋ ਗਏ। ਅਸੀਂ ਜਿਸ ਜਗ੍ਹਾ ਦੇ ਉੱਤੇ ਰਹਿੰਦੇ ਹਾਂ ਇਸ ਜਗ੍ਹਾ ਦੇ ਉੱਤੇ ਵੋਲਟੇਜ ਦੀ ਫਲਕਚੁਏਸ਼ਨ ਬਹੁਤ ਜ਼ਿਆਦਾ ਹੈ। ਅਗਰ ਤੁਸੀਂ ਏਅਰ ਕੰਡੀਸ਼ਨ ਇਨਵਰਟਰ ਦੀ ਆਪਣੇ ਲਈ ਚੁਆਇਸ ਕਰਦੇ ਹੋ, ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਤੁਸੀਂ ਏਅਰ ਕੰਡੀਸ਼ਨ ਕਿੰਨੇ ਟਨ ਦਾ ਲੈ ਰਹੇ ਹੋ। ਇਨਵਰਟਰ ਏਸੀ ਦੇ ਵਿੱਚ ਜਦੋਂ ਵੀ ਤੁਸੀਂ ਜਾਓ, ਸਭ ਤੋਂ ਪਹਿਲਾਂ ਸਪੈਸ਼ਲੀ ਤੁਸੀਂ ਉਸ ਦੁਕਾਨਦਾਰ ਨੂੰ ਚੁਣੋ ਜਿਹੜਾ ਕਿ ਸਰਵਿਸ ਓਰੀਐਂਟਡ ਹੋਵੇ, ਤੁਹਾਨੂੰ ਇਹ ਦੱਸ ਸਕੇ ਕਿ ਕਿੰਨੇ ਸਕੁਏਅਰ ਫਿਟ ਲਈ ਕਿਹੜਾ ਏਸੀ ਰਿਕੁਆਇਰਮੈਂਟ ਤੁਹਾਡੀ ਪੂਰੀ ਕਰ ਸਕਦਾ ਹੈ। ਦੂਜੀ ਚੀਜ਼, ਅਗਰ ਤੁਸੀਂ ਉਸ ਏਸੀ ਦਾ ਚੁਣਾਵ ਕਰ ਰਹੇ ਹੋ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਘਰ ਦੇ ਵਿੱਚ 2 ਚੀਜ਼ਾਂ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਫਸਟ ਆਫ ਆਲ, ਤੁਹਾਡੇ ਘਰ ਦੇ ਵਿੱਚ ਅਰਥਿੰਗ ਹੋਣੀ ਚਾਹੀਦੀ ਹੈ। ਹੁਣ ਮੈਂ ਪਿਛਲੇ 10 ਸਾਲਾਂ ਤੋਂ ਜਦੋਂ ਤੋਂ ਇਨਵਰਟਰ ਆਇਆ ਹੈ, 8 ਤੋਂ 9 ਸਾਲ ਹੋ ਚੱਲੇ ਹੈ, ਇਨਵਰਟਰ ਆਇਆ, LG ਨੇ ਸ਼ੁਰੂ ਤੋਂ ਇਨਵਰਟਰ ਏਸੀ ਬਣਾਉਣਾ ਸ਼ੁਰੂ ਕਰਤਾ। ਇਨਵਰਟਰ ਦੇ ਹਰ ਸਾਲ ਅਸੀਂ ਦੇਖੀਦੇ ਆ ਫੇਲੀਅਰ ਵੀ ਆਉਂਦੇ ਆ, ਕਈਆਂ ਦੇ ਅੱਛੇ ਵੀ ਚੱਲ ਰਹੇ ਆ। ਜਿਨ੍ਹਾਂ ਦੇ ਅੱਛੇ ਚੱਲ ਰਹੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿਉਂ ਅੱਛੇ ਚੱਲ ਰਹੇ ਆ, ਜਿਨ੍ਹਾਂ ਦਾ ਫੇਲੀਅਰ ਆ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿਉਂ ਫੇਲੀਅਰ ਆ ਰਿਹਾ। ਇਹ ਦੋਨਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਜਦੋਂ ਵੀ ਤੁਹਾਡੇ ਘਰ ਇਨਵਰਟਰ ਲੱਗੇ, ਸਭ ਤੋਂ ਪਹਿਲਾਂ ਤੁਹਾਨੂੰ ਇਹ ਪ੍ਰੀਪੇਅਰ ਹੋਣਾ ਚਾਹੀਦਾ ਕਿ ਕੀ ਤੁਹਾਡੇ ਘਰ ਵਿੱਚ ਅਰਥਿੰਗ ਹੈ। ਦੂਜੀ ਚੀਜ਼, ਅਗਰ ਤੁਸੀਂ 50,000 ਰੁਪਏ ਦਾ ਏਸੀ ਖਰੀਦ ਲੈਂਦੇ ਹੋ ਤਾਂ ਇਹ ਸ਼ੋਰ ਜ਼ਰੂਰ ਕਰੋ ਕਿ ਅਗਰ ਅਸੀਂ ਉਹਦੇ ਨਾਲ ਸਟੈਬਲਾਈਜ਼ਰ, ਹੁਣ ਸਟੈਬਲਾਈਜ਼ਰ ਦੀ ਗੱਲ ਆ ਗਈ ਕਿ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਟੈਬਲਾਈਜ਼ਰ ਸਾਨੂੰ ਕਿਹੜੇ ਏਸੀ ਲਈ ਕਿਹੜੀ ਰਿਕੁਆਇਰਮੈਂਟ ਹੈ। 90% ਲੋਕੀ ਉਹਨਾਂ ਨੂੰ ਕਹਿ ਦਿੰਦੇ ਆ ਜੀ ਸਾਡਾ ਸਟੈਬਲਾਈਜ਼ਰ ਬਹੁਤ ਭਾਰਾ ਹੈ। ਮੈਂ ਇੱਕ ਛੋਟੀ ਜਿਹੀ ਚੀਜ਼ ਜਾਣਨਾ ਚਾਹੁੰਦਾ, ਕੰਪਿਊਟਰ ਦੀ ਪੜ੍ਹਾਈ ਕਰਨ ਵਾਲੇ ਵਾਸਤੇ ਡੋਲਿਆਂ ਦੀ ਜ਼ਰੂਰਤ ਨਹੀਂ ਹੁੰਦੀ, ਠੀਕ ਹੈ ਜੀ। ਉਹ 10 ਗ੍ਰਾਮ ਦਾ ਬੱਚਾ ਵੀ ਚਲਾ ਸਕਦਾ, ਠੀਕ ਹੈ ਜੀ। ਔਰ
ਡੰਬਲ ਚੁੱਕਣ ਵਾਸਤੇ 10 ਗ੍ਰਾਮ ਦੇ ਬੱਚੇ ਦੀ ਜ਼ਰੂਰਤ ਨਹੀਂ ਹੁੰਦੀ, ਉਹਦੇ ਲਈ ਭਲਵਾਨ ਦੀ ਜ਼ਰੂਰਤ ਹੁੰਦੀ ਹੈ। ਹਰ ਕੰਮ ਲਈ ਹਰ ਬੰਦਾ ਬਣਿਆ ਹੋਇਆ। ਇਨਵਰਟਰ ਏਸੀ ਦੇ ਲਈ ਇੱਕ ਕੰਪਨੀ ਨੇ ਸਟੈਪਲਾਈਜ਼ਰ ਇਜਾਦ ਕੀਤਾ ਹੈ ਸਾਡੇ ਵਾਸਤੇ ਸਪੈਸ਼ਲੀ। ਉਹਨਾਂ ਨੇ ਉਹ ਮਾਡਲ ਬਣਾਇਆ। ਅੱਜ ਮੈਂ ਉਸ ਮਾਡਲ ਨੂੰ ਤੁਹਾਡੇ ਸਾਹਮਣੇ ਰੱਖਦਾ। ਉਸ ਮਾਡਲ ਨੂੰ ਮੈਂ ਤਕਰੀਬਨ ਪਿਛਲੇ 3 ਸਾਲਾਂ ਦੇ ਵਿੱਚ ਆਪਣੇ 200-250 ਕਸਟਮਰ ਨੂੰ ਦਿੱਤਾ ਹੈ, ਕਿਉਂਕਿ ਉਹ 200-250 ਕਸਟਮਰ ਮੇਰੇ ਅਵੇਅਰ ਸੀ, ਮੇਰੀ ਗੱਲਾਂ ਨੂੰ ਸਮਝਦੇ ਸੀ ਔਰ ਉਹਨਾਂ ਨੂੰ ਫਾਇਦਾ ਵੀ ਮਿਲਿਆ। ਉਹਨਾਂ ਜਿਹੜੇ ਪਹਿਲਾਂ ਮੈਂ ਉਸ ਬ੍ਰਾਂਡ ਬਾਰੇ ਦੱਸਾਂਗਾ, ਉਹ ਸਟੈਪਲਾਈਜ਼ਰ ਕਿਹੜਾ ਹੈ। ਉਹ ਸਟੈਪਲਾਈਜ਼ਰ ਹੈ ਜੀ V-Guard ਦਾ VIG 400। ਠੀਕ ਹੈ ਜੀ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਕਿਸੇ ਕੰਪਨੀ ਦੀ ਪ੍ਰਮੋਸ਼ਨ ਨਹੀਂ ਹੈਗੀ, ਇਹ ਸਿਰਫ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਿਹੜਾ ਮਾਡਲ ਹੈ ਜਿਹੜਾ ਤੁਹਾਡੀ ਇਨਵਰਟਰ ਦੇ ਵਿੱਚ ਮਦਦ ਕਰ ਸਕਦਾ ਹੈ। ਇਹ VIG 400 ਮਾਡਲ ਜੋ V-Guard ਨੇ ਬਣਾਇਆ ਹੈ, ਇਹਦੇ ਵਿੱਚ ਸਪੈਸ਼ਲੀ ਤੌਰ ਦੇ ਉੱਤੇ ਲਿਖਿਆ ਕਿ ਵੇਅਰੇਬਲ ਸਪੀਡਸ ਦੇ ਉੱਤੇ ਕੰਮ ਕਰਦਾ ਹੈ ਔਰ ਇਹ ਇਨਵਰਟਰ 에ਅਰ ਕੰਡੀਸ਼ਨ ਲਈ ਡਿਜ਼ਾਈਨ ਕੀਤਾ ਗਿਆ। ਠੀਕ ਹੈ ਜੀ। ਆਪਾਂ ਹੁਣ ਇਸ ਜਗ੍ਹਾ ਦੇ ਉੱਤੇ ਅਗਰ ਇੱਕ ਏਸੀ ਨਵਾਂ ਲੈਂਦੇ ਆ, ਮੋਸਟਲੀ 90% ਲੋਕ ਜਦੋਂ ਮੇਰੇ ਕੋਲ 에ਅਰ ਕੰਡੀਸ਼ਨ ਪਰਚੇਜ਼ ਕਰਕੇ ਲੈ ਕੇ ਜਾਂਦੇ ਆ, ਉਹ ਮੈਨੂੰ ਕਹਿੰਦੇ ਆ ਜੀ ਸਾਡੇ ਕੋਲ ਸਟੈਪਲਾਈਜ਼ਰ ਹੈਗਾ ਜਾਂ ਅਸੀਂ ਸਟੈਪਲਾਈਜ਼ਰ ਆਪਣੀ ਗਲੀ ਮਹੱਲੇ ਦੀ ਦੁਕਾਨ ਤੋਂ ਬਣਵਾ ਲਾਂਗੇ। ਅਗਰ ਇੱਕ ਸਟੈਪਲਾਈਜ਼ਰ ਤੁਸੀਂ ਮੈਨੂਫੈਕਚਰਰ ਕਰਾ ਰਹੇ ਹੋ ਤੇ ਉਹਦੇ ਵਿੱਚ ਕੱਟ ਆਊਟ ਲੱਗਾ ਕਿ ਨਹੀਂ ਲੱਗਾ, ਵੇਅਰੇਬਲ ਸਪੀਡਸ ਦੇ ਉੱਤੇ ਉਹ ਕੰਮ ਕਰੇਗਾ ਕਿ ਨਹੀਂ ਕਰੇਗਾ, ਸਿਰਫ ਭਾਰ ਹੋਣ ਨਾਲ ਜਾਂ ਉਹਦੇ ਅੰਦਰ ਕੋਇਲ ਹੋਣ ਨਾਲ ਹੀ ਉਹ ਤੁਹਾਡੀ ਸਾਰੀਆਂ ਰਿਕੁਆਇਰਮੈਂਟਸ ਨੂੰ ਪੂਰਾ ਨਹੀਂ ਕਰ ਸਕਦਾ। ਮੇਰੇ ਕੋਲ ਪਿਛਲੇ 1 ਮਹੀਨੇ ਦੇ ਵਿੱਚ ਘੱਟੋ ਘੱਟ 15 ਚਿੱਪ ਸੜ ਕੇ ਆਈਆਂ ਨੇ, ਜਿਹਦੇ ਵਿੱਚ ਜਿਹੜਾ ਫੇਲੀਅਰ ਹੈ ਉਹਦਾ ਕਾਰਨ ਸਟੈਬਲਾਈਜ਼ਰ ਦਾ ਗਲਤ ਚੁਣਾਵ ਸੀ। ਹੁਣ ਉਹ ਸਟੈਬਲਾਈਜ਼ਰ ਦੇ ਗਲਤ ਚੁਣਾਵ ਨਾਲ ਅੱਜ ਉਸ ਕਸਟਮਰ ਦਾ ਹਾਲ ਇਹ ਹੈ ਕਿ 10 ਤੋਂ 15 ਹਜ਼ਾਰ ਰੁਪਈਆ ਉਹ ਕੰਪਨੀ ਨੂੰ ਪੇ ਕਰਕੇ ਆਪਣੀ ਚਿੱਪ ਨੂੰ ਰਿਪੇਅਰ ਕਰਵਾ ਰਹੇ ਆ। ਉਹਨਾਂ ਵਿੱਚੋਂ ਕੁਝ ਮੇਰੇ ਬਹੁਤ ਪਿਆਰੇ ਹੈ ਜਿਨ੍ਹਾਂ ਦੇ ਪੈਸੇ ਖਰਚਣ ਨੂੰ ਲੈ ਕੇ ਮੈਨੂੰ ਬਹੁਤ ਜ਼ਿਆਦਾ ਗਮ ਸੀ। ਠੀਕ ਹੈ। ਮੈਂ ਉਹਨਾਂ ਨੂੰ ਇਸ ਚੀਜ਼ ਨੂੰ ਨਹੀਂ ਸਮਝਾ ਪਾਇਆ ਵੀ ਜਦੋਂ ਉਹ 에ਅਰ ਕੰਡੀਸ਼ਨ ਖਰੀਦਣ ਆਏ ਸੀ ਤੇ ਉਹਨਾਂ ਦੀ ਸੋਚ ਸੀ ਵੀ ਨਹੀਂ ਅਸੀਂ ਸਟੈਪਲਾਈਜ਼ਰ ਨਹੀਂ ਲੈਣਾ, ਸਾਡੇ ਕੋਲ ਸਟੈਪਲਾਈਜ਼ਰ ਹੈ ਜਾਂ ਕੰਪਨੀ ਕਹਿੰਦੀ ਹੈ ਕਿ ਸਟੈਪਲਾਈਜ਼ਰ ਲਾਉਣ ਦੀ ਲੋੜ ਨਹੀਂ ਹੈ। ਥੋੜ੍ਹਾ ਜਿਹਾ ਮੈਨੂਅਲ ਪੜ੍ਹਿਆ ਕਰੋ। ਜਿੰਨੇ ਵੀ ਫਰਿੱਜ ਅੱਜ ਇੰਡਸਟਰੀ ਦੇ ਵਿੱਚ ਆ ਰਹੇ ਹੈ, ਚਾਹੇ ਉਹ LG ਹੈ, ਚਾਹੇ ਉਹ ਸੈਮਸੰਗ ਹੈ, ਚਾਹੇ ਉਹ ਹਾਇਰ ਹੈ, ਚਾਹੇ ਗੋਦਰੇਜ ਹੈ, ਚਾਹੇ ਕੋਈ ਵੀ ਬ੍ਰਾਂਡ ਹੈ, ਉਹ ਤੁਹਾਨੂੰ ਲਿਖਦਾ ਸਟੈਪਲਾਈਜ਼ਰ ਫ੍ਰੀ। ਤੁਸੀਂ ਕੁਛ ਨਾ ਕਰੋ, ਉਸ ਦਾ ਮੈਨੂਅਲ ਚੁੱਕੋ। ਉਹਦੇ ਵਿੱਚ ਕੀ ਲਿਖਿਆ ਹੈ ਵੀ ਅਗਰ ਤੁਹਾਡੇ ਘਰ ਦੇ ਵਿੱਚ ਵੋਲਟੇਜ ਦੀ ਫਲਕਚੁਏਸ਼ਨ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਲਕਚੁਏਸ਼ਨ ਜਾਂ ਕੋਈ ਵੀ ਲਾਈਟ ਤੋਂ ਰਿਲੇਟਡ ਦਿੱਕਤ ਹੈ ਤਾਂ ਸਾਡੇ ਫ੍ਰਿਜ ਦੇ ਅੰਦਰ ਲੱਗੇ ਹੋਏ ਕੱਟ ਆਊਟ ਨੇ ਤੁਹਾਨੂੰ ਸੇਫ ਨਹੀਂ ਕਰਨਾ। ਲੇਕਿਨ ਅਸੀਂ ਸਾਰਾ ਕੁਝ ਕੰਪਨੀ ਦੇ ਉਸ ਲਿਖੇ ਹੋਏ ਦੇ ਉੱਤੇ ਛੱਡ ਦਿੰਦੇ ਆ ਜਾਂ ਕਿਸੇ ਲੋਕਲ ਮਿਸਤਰੀ ਦੀ ਗੱਲ ਸੁਣ ਕੇ ਅਸੀਂ ਉਸ ਚੀਜ਼ ਤੋਂ ਦਰਕਿਨਾਰ ਹੋ ਜਾਂਦੇ ਆ। ਉਹਦਾ ਖਮਿਆਜਾ ਆਪਾਂ ਨੂੰ ਇਹ ਭੁਗਤਣਾ ਪੈਂਦਾ ਹੈ ਕਿ ਅਸੀਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਉਹਨਾਂ ਨੂੰ ਬੁਰਾ ਕਹਿਣਾ ਸ਼ੁਰੂ ਕਰ ਦਿੰਦੇ ਆ, ਜਿਹੜੀਆਂ ਨਵੀਆਂ ਖੋਜਾਂ ਨੇ ਉਹਨਾਂ ਨੂੰ ਬੁਰਾ ਕਹਿਣਾ ਸ਼ੁਰੂ ਕਰ ਦਿੰਦੇ ਆ। ਅਗਰ ਕਿਸੇ ਕੰਪਨੀ ਨੇ ਵੀ ਇਨਵਰਟਰ ਦੀ ਖੋਜ ਕੀਤੀ ਹੈ ਤਾਂ ਉਹਦੇ ਬਾਰੇ ਸਮਝੋ ਵੀ ਉਹ ਕਿਉਂ ਕੀਤੀ ਹੈ। ਮੈਂ ਪਿਛਲੇ 20-22 ਸਾਲ ਤੋਂ ਸਰਵਿਸ ਇੰਡਸਟਰੀ ਦੇ ਵਿੱਚ ਲੋਕਾਂ ਨੂੰ ਮਕੈਨਿਕੀ ਲੋਕਾਂ ਨੂੰ ਸਰਵਿਸ ਦੇ ਰਿਹਾ, ਟੈਕਨੀਕਲੀ ਸਾਰਿਆਂ ਨੂੰ ਦੱਸ ਰਿਹਾ, ਬਰੀਫ ਕਰ ਰਿਹਾ। ਲੇਕਿਨ ਹੁੰਦਾ ਕੀ ਹੈ ਕਿ ਜਦੋਂ ਵੀ ਅਸੀਂ ਕਿਸੇ ਨੂੰ ਕੋਈ ਸਲਾਹ ਦਿੰਦੇ ਹਾਂ ਤਾਂ ਕਸਟਮਰ ਨੂੰ ਐਂ ਲੱਗਦਾ ਕਿ ਇਹ ਸਲਾਹ ਜਿਹੜੀ ਹੈ ਇਹ ਸਾਡੇ ਭਲੇ ਲਈ ਹੈ, ਦੁਕਾਨਦਾਰ ਦੇ ਖੁਦ ਦੇ ਭਲੇ ਲਈ ਹੈ। ਲੇਕਿਨ ਨਹੀਂ, ਜਦੋਂ 1 ਸਾਲ ਜਾਂ 2 ਸਾਲ ਬਾਅਦ ਉਹਨਾਂ ਨੂੰ ਦਿੱਕਤ ਆਉਂਦੀ ਹੈ, ਜਾਂ ਤਾਂ ਉਹ AC ਉਤਰਵਾ ਦਿੰਦੇ ਨੇ, ਜਾਂ ਕੰਪਨੀ ਨੂੰ ਗਾਲਾਂ ਕੱਢਦੇ ਨੇ, ਜਾਂ ਕੰਪਨੀ ਤੇ ਕੇਸ ਕਰਦੇ ਨੇ, ਜਾਂ ਸਾਡੇ ਵਰਗੇ ਦੁਕਾਨਦਾਰਾਂ ਨੂੰ ਮਾੜਾ ਚੰਗਾ ਬੋਲਦੇ ਨੇ। ਜਦ ਕਿ ਜਦੋਂ ਤੁਸੀਂ ਚੀਜ਼ ਪਰਚੇਜ਼ ਕਰਨ ਆਏ ਹੋ ਤਾਂ ਤੁਸੀਂ ਕਿਸੇ ਵੀ ਸਿਆਣੇ ਬੰਦੇ ਦੀ ਗੱਲ ਸੁਣੋ। ਉਸ ਬੰਦੇ ਨੂੰ ਪੁੱਛੋ ਕਿ ਅਗਰ ਮੈਂ 50,000 ਰੁਪਏ ਦੀ ਚੀਜ਼ ਪਰਚੇਜ਼ ਕਰ ਰਿਹਾ, ਕੀ ਉਹ 50,000 ਰੁਪਏ ਦੀ ਚੀਜ਼ ਮੇਰੇ ਲਈ ਸੂਟੇਬਲ ਹੈ। ਠੀਕ ਹੈ ਜੀ। ਮੇਰੇ ਕੋਲ ਲੋਕ ਆਉਂਦੇ ਨੇ, ਸਾਡਾ ਏਰੀਆ ਹੈਗਾ ਜੀ 400 ਸਕੁਅਰ ਫੀਟ ਦਾ, ਅਸੀਂ ਉੱਥੇ 1.5 ਟਨ ਦਾ ਜਾਂ 1 ਟਨ ਦਾ ਇਨਵਰਟਰ AC ਲਾਣਾ ਚਾਹੁੰਦੇ ਹਾਂ। ਇਹ ਚੀਜ਼ ਬਿਲਕੁਲ ਗਲਤ ਹੈ ਜੀ। ਜਦੋਂ ਤੱਕ ਤੁਸੀਂ 에ਅਰ ਕੰਡੀਸ਼ਨ ਏਰੀਏ ਦੇ ਮੁਤਾਬਕ ਨਹੀਂ ਲਵਾਓਗੇ ਉਦੋਂ ਤੱਕ ਤੁਸੀਂ ਇਸ ਚੀਜ਼ ਨੂੰ ਫੇਸ ਕਰੋਗੇ। ਜਿਹੜੇ ਵੀ ਬੰਦੇ ਮੇਰੀ YouTube ਚੈਨਲ ਦੇ ਉੱਤੇ ਆ ਜਾਂ ਮੇਰੇ Facebook ਦੇ ਮੇਰੇ ਨਾਲ ਜੁੜੇ ਹੋਏ ਆ, ਉਹਨਾਂ ਵਿੱਚੋਂ ਅਗਰ 100% ਮੈਨੂੰ ਤਾਰੀਫ ਕਰਦੇ ਆ,
ਸਾਡੀ ਸਿਫਤ ਕਰਦੇ ਆ ਤੇ ਜਿਹੜੇ 2% ਲੋਕ ਕਿਸੇ ਤਰ੍ਹਾਂ ਦਾ ਸਾਨੂੰ ਡਿਸਕੰਫਰਟ ਦਿਖਾਉਂਦੇ ਆ ਜਾਂ ਸਾਡੇ ਬਾਰੇ ਕੁਝ ਬੋਲਦੇ ਆ, ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਝਾਤੀ ਮਾਰ ਕੇ ਦੇਖੋ ਵੀ ਜਦੋਂ ਤੁਸੀਂ 에ਅਰ ਕੰਡੀਸ਼ਨ ਖਰੀਦਣ ਆਏ ਸੀ ਜਾਂ ਜਦੋਂ ਤੁਸੀਂ ਕੋਈ ਚੀਜ਼ ਮੇਰੇ ਕੋਲ ਲੈਣ ਆਏ ਸੀ, ਕੀ ਤੁਸੀਂ ਮੈਨੂੰ ਮੌਕਾ ਦਿੱਤਾ ਸੀ ਸਮਝਾਉਣ ਦਾ? ਕੀ ਤੁਸੀਂ ਮੇਰੇ ਅਕੋਰਡਿੰਗ ਚੀਜ਼ ਲਵਾਈ ਸੀ? ਕਾਰਨ ਕੀ ਹੈ ਕਿ ਜਦੋਂ ਅਸੀਂ ਕਿਸੇ ਦੀ ਦੁਕਾਨ ਦੇ ਉੱਤੇ ਚੀਜ਼ ਲੈਣ ਜਾਂਦੇ ਹਾਂ ਜਾਂ ਕਿਸੇ ਸਪੈਸ਼ਲਿਸਟ ਕੋਲ, ਹਿੰਦੁਸਤਾਨ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਡਾਕਟਰ ਦੇ ਕੋਲ ਜਾ ਕੇ ਵੀ ਅਸੀਂ ਆਪਣੀ ਸਲਾਹ ਦੇਣ ਲੱਗ ਜਾਂਦੇ ਹਾਂ ਕਿ ਮੈਨੂੰ ਆਹ ਬਿਮਾਰੀ ਹੈ ਤੇ ਮੈਨੂੰ ਆਹ ਦਵਾਈ ਲੱਗੂਗੀ, ਉਹਦੀ MBBS ਨੂੰ ਅਸੀਂ 0 ਕਰ ਦਿੰਦੇ ਹਾਂ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਜਦੋਂ ਉਸ ਡਾਕਟਰ ਦੀ ਦਵਾਈ ਦਾ ਆਪਾਂ ਨੂੰ ਆਰਾਮ ਨਹੀਂ ਆਉਂਦਾ ਤਾਂ ਅਸੀਂ ਕਹਿ ਦਿੰਦੇ ਹਾਂ ਜੀ ਕਿ ਡਾਕਟਰ ਦੇ ਵਿੱਚ ਮਾੜ ਹੈ। ਮੈਂ ਫਿਰ ਇੱਕ ਵਾਰੀ ਕਹਿਣਾ ਚਾਹੁੰਦਾ, 에ਅਰ ਕੰਡੀਸ਼ਨ ਦਾ ਦੌਰ ਚੱਲ ਰਿਹਾ, AC ਦਾ, ਫ੍ਰਿਜ ਦਾ, ਕੂਲਰ ਦਾ, ਪਲੀਜ਼ ਜਿੱਥੋਂ ਵੀ ਬਾਏ ਕਰੋ। ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਮੇਰੇ ਕੋਲ ਆ ਸਕਦੀ ਹੈ, ਮੈਨੂੰ ਮੇਰੇ YouTube ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਪੰਜਾਬ ਦੇ ਵਿੱਚੋਂ ਕਾਲਸ ਆਉਂਦੀਆਂ ਨੇ, ਮੇਰੇ ਕੋਲ ਪੁੱਛਦੇ ਨੇ। ਮੈਂ ਹਰੇਕ ਬੰਦੇ ਦਾ ਫੋਨ ਚੁੱਕਦਾ, ਜਿਨ੍ਹਾਂ ਦਾ ਮੈਂ ਫੋਨ ਚੁੱਕਦਾ ਉਹ ਜਾਣਦੇ ਨੇ ਕਿ ਸਵੇਰ ਦੇ 3 ਵਜੇ ਹੋਣ, ਰਾਤ ਦੇ 2 ਵਜੇ ਹੋਣ, ਮੈਂ ਤੁਹਾਡਾ ਫੋਨ ਚੁੱਕ ਕੇ ਤੁਹਾਡੇ ਸਵਾਲਾਂ ਦਾ ਜਵਾਬ ਦਿੰਦਾ, ਤੁਹਾਨੂੰ ਦੱਸਦਾ, ਸਮੇਂ-ਸਮੇਂ 'ਤੇ ਤੁਹਾਨੂੰ ਅਵੇਅਰ ਕਰਦਾ ਰਹਿਣਾ ਵੀ ਕਿਹੜੀ ਚੀਜ਼ ਕਿਸ ਚੀਜ਼ ਲਈ ਜ਼ਰੂਰੀ ਹੈ। ਤੁਸੀਂ ਮੇਰੇ ਤੋਂ ਪੁੱਛਦੇ ਹੋ, ਕੁਝ ਲੋਕ ਮੇਰੇ ਕੋਲ ਲੈ ਲੈਂਦੇ ਨੇ, ਕੁਝ ਲੋਕ ਮੇਰੇ ਕੋਲ ਨਹੀਂ ਲੈਂਦੇ। ਜਿਹੜੇ ਲੋਕ ਮੇਰੇ ਕੋਲ ਨਹੀਂ ਵੀ ਲੈਂਦੇ ਜਾਂ ਜਿਹੜੇ ਮੇਰੇ ਕੋਲ ਲੈਂਦੇ ਵੀ ਨੇ, ਉਹ ਲੋਕ ਉਸ ਚੀਜ਼ ਦਾ ਕਿੰਨਾ ਕੁ ਫਾਇਦਾ ਲੈਂਦੇ ਨੇ ਉਹਦੇ ਬਾਰੇ ਤੁਸੀਂ ਮੇਰੇ YouTube ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਔਰ ਇੱਕ ਮੈਂ ਅੱਜ ਪਹਿਲੀ ਵਾਰੀ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਪ੍ਰੋਬਲਮਸ ਆਉਂਦੀ ਹੈ ਤਾਂ ਮੈਂ ਉਹਨੂੰ ਹਮੇਸ਼ਾ ਉਸ ਚੀਜ਼ ਬਾਰੇ ਬੋਲਦਾ, ਉਸ ਚੀਜ਼ ਬਾਰੇ ਦੱਸਦਾ, ਉਸ ਚੀਜ਼ ਬਾਰੇ ਕਸਟਮਰ ਨੂੰ ਅਵੇਅਰ ਕਰਦਾ। ਅਗਰ ਕੋਈ ਕੰਪਨੀ ਤੁਹਾਡੇ ਨਾਲ ਚੀਟ ਕਰ ਰਹੀ ਹੈ ਤਾਂ ਵੀ ਦੱਸਦਾ, ਅਗਰ ਕੋਈ ਚੀਜ਼ ਤੁਹਾਡੇ ਲਈ ਵਧੀਆ ਬਣੀ ਹੈ ਉਹਦੇ ਲਈ ਵੀ ਦੱਸਦਾ। ਇਹਨਾਂ ਸਾਰੀਆਂ ਜਾਣਕਾਰੀਆਂ ਨੂੰ ਮੈਂ ਤੁਹਾਡੇ ਤੱਕ ਤਾਂ ਪਹੁੰਚਾ ਸਕਦਾ ਅਗਰ ਤੁਸੀਂ ਮੇਰੇ ਚੈਨਲ ਨੂੰ ਫੋਲੋ ਕਰੋ। ਮੇਰੇ ਚੈਨਲ ਦੀ ਜਿਹੜੀ ਸਪੈਸੀਫਿਕੇਸ਼ਨ ਹੈ YouTube ਚੈਨਲ ਦੀ, ਉਹ ਮੈਂ ਤੁਹਾਨੂੰ Facebook ਤੇ ਵੀ ਦੇ ਦਿਆਂਗਾ, ਉਸ ਨੂੰ ਫੋਲੋ ਕਰੋ ਤਾਂ ਕਿ ਮੈਂ ਤੁਹਾਨੂੰ ਹਰ ਵਾਰੀ ਨਵੀਆਂ ਚੀਜ਼ਾਂ ਦੱਸ ਸਕਾਂ। ਕੀ ਚੀਜ਼ਾਂ ਦੇ ਵਿੱਚ ਫੇਲੀਅਰ ਆ ਰਿਹਾ, ਕੀ ਪ੍ਰੋਬਲਮਸ ਆ ਰਹੀਆਂ, ਕਿਹੜੇ AC ਦੇ ਵਿੱਚ ਦਿੱਕਤਾਂ ਆ ਰਹੀਆਂ, ਮੈਂ ਤੁਹਾਨੂੰ ਉਹਦੇ ਬਾਰੇ ਦੱਸ ਸਕਾਂ। ਤੇ ਮੈਂ ਇੱਕ ਚੀਜ਼ ਤੁਹਾਡੇ ਕੋਲ ਰਿਕੁਐਸਟ ਚਾਹਾਂਗਾ ਕਿ ਤੁਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ, ਕਿਉਂਕਿ ਆਪਾਂ ਮੰਦੀਆਂ ਚੀਜ਼ਾਂ ਨੂੰ ਸ਼ੇਅਰ ਕਰਨ ਲੱਗੇ 2 ਮਿੰਟ ਲਾਉਂਦੇ ਹਾਂ, ਲੇਕਿਨ ਚੰਗੀ ਚੀਜ਼ ਨੂੰ ਨਾ ਤਾਂ ਸੁਣਦੇ ਹਾਂ ਨਾ ਸ਼ੇਅਰ ਕਰਦੇ ਹਾਂ। ਇਹ ਪ੍ਰੋਬਲਮਸ ਕਾਫੀ ਆ ਰਹੀਆਂ ਨੇ। ਮੇਰੇ ਪਿਛਲੇ 1 ਹਫ਼ਤੇ ਦੇ ਵਿੱਚ ਮੇਰੇ ਕੋਲ ਤਕਰੀਬਨ 4 ਤੋਂ 5 ਕਸਟਮਰ ਇੱਦਾਂ ਦੇ ਆ ਚੁੱਕੇ ਨੇ ਜਿਨ੍ਹਾਂ ਦੀ ਅੱਜ ਫੇਲੀਅਰ ਹੋਣ ਤੋਂ ਬਾਅਦ ਕੰਪਨੀ ਦੀ ਜੋ ਬਿਲਿੰਗ ਕਾਸਟ ਬਣੀ ਹੈ ਉਹ ਤਕਰੀਬਨ 15,000 ਰੁਪਏ ਐਵਰੇਜ ਪਰ AC ਹੈ। ਇੱਕ ਮੇਰੇ ਦੋਸਤ ਨੇ ਕੁਮਾਰ ਮੰਡੀ ਸ਼ੋਰੂਮ ਹੈ ਉਹਨਾਂ ਦੀ ਜਿਹੜੀ ਫੇਲੀਅਰ ਰੇਸ਼ੋ ਹੈ ਉਹ 50,000 ਰੁਪਏ ਆ ਚੁੱਕੀ ਹੈ। ਕਾਰਨ ਸਿਰਫ ਇੱਕੋ ਹੀ ਹੈ ਵੀ ਆਪਾਂ 에ਅਰ ਕੰਡੀਸ਼ਨ ਵਧੀਆ ਤੋਂ ਵਧੀਆ ਲਾ ਲੈਂਦੇ ਹਾਂ, ਲੇਕਿਨ ਉਹਦੀ ਸਾਂਭ ਸੰਭਾਲ ਲਈ ਕੀ ਰਿਕੁਆਇਰਮੈਂਟਸ ਹੈ ਅਸੀਂ ਉਹਦੇ ਬਾਰੇ ਜਾਣਨਾ ਹੀ ਨਹੀਂ ਚਾਹੁੰਦੇ। ਸਭ ਤੋਂ ਜ਼ਰੂਰੀ ਚੀਜ਼, ਅਗਰ ਤੁਸੀਂ ਇਨਵਰਟਰ AC ਲੈ ਰਹੇ ਹੋ, ਇਨਵਰਟਰ 'ਚ ਤੁਹਾਨੂੰ ਅੱਜ ਨਹੀਂ ਤਾਂ ਕੱਲ੍ਹ ਜਾਣਾ ਪੈਣਾ, ਕਿਉਂਕਿ ਫਿਕਸ ਸਪੀਡ AC 1 ਸਾਲ 2 ਸਾਲ ਬਾਅਦ ਬੰਦ ਹੋ ਜਾਣਗੇ। ਫਿਰ ਸਾਡੇ ਕੋਲ ਕੋਈ ਵੀ ਹੋਰ ਰਿਕੁਆਇਰਮੈਂਟ ਨਹੀਂ ਰਹੇਗੀ ਸਿਵਾਏ ਇਨਵਰਟਰ AC ਤੋਂ। ਇਸ ਲਈ ਇਨਵਰਟਰ AC ਦੇ ਲਈ ਸਭ ਤੋਂ ਪਹਿਲਾਂ ਤੁਸੀਂ ਜਾ ਕੇ ਦੁਕਾਨਦਾਰ ਨੂੰ ਆਪਣਾ ਏਰੀਆ ਦੱਸੋ। ਮੇਰੇ ਕੋਲ ਜਿਹੜਾ ਵੀ ਬੰਦਾ ਆਏਗਾ ਮੈਂ ਉਹਨੂੰ ਏਰੀਏ ਦੇ ਅਕੋਰਡਿੰਗ ਅਗਰ AC ਲਗਾ ਕੇ ਦਿੰਦਾ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਇੱਕ ਲੈਟਰ ਸਾਈਨ ਕਰਕੇ ਦਿਆਂਗਾ। ਅਗਰ ਤੁਹਾਨੂੰ ਕੋਈ ਵੀ ਕੰਪਲੇਂਟ ਉਸ ਤੋਂ ਬਾਅਦ ਉਹਦੇ ਵਿੱਚ ਆਂਦੀ ਹੈ ਤਾਂ ਉਹ ਕੰਪਨੀ ਤੋਂ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੋਏਗੀ। ਮਗਰ ਅਗਰ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਚੀਜ਼ ਲਵਾ ਰਹੇ ਹੋ, ਠੀਕ ਹੈ ਜੀ, ਮੇਰੀ ਦੱਸੀ ਹੋਈ ਚੀਜ਼ ਨੂੰ ਤੁਸੀਂ ਫੋਲੋ ਨਹੀਂ ਕਰ ਰਹੇ ਤਾਂ ਤੁਹਾਨੂੰ ਮੈਨੂੰ ਬੋਲਣ ਦਾ ਵੀ ਹੱਕ ਨਹੀਂ ਹੈਗਾ, ਠੀਕ ਹੈ ਜੀ। ਮੈਂ ਫਿਰ ਕਹਾਂਗਾ ਇਨਵਰਟਰ 에ਅਰ ਕੰਡੀਸ਼ਨ ਜਿਨ੍ਹਾਂ ਨੇ ਲਵਾਏ ਨੇ, ਮੇਰੇ ਕੋਲ ਨਹੀਂ ਲਵਾਏ, ਬਾਹਰੋਂ ਲਵਾਏ ਨੇ, ਕਿਸੇ ਕੋਲ ਹੀ ਲਵਾਏ ਨੇ, V-Guard ਦੇ ਇਹ ਸਟੈਬਲਾਈਜ਼ਰ ਦੇਖੋ, ਹਰ ਕੰਪਨੀ ਨੈਨੋ ਗੱਡੀ ਵੀ ਬਣਾਉਂਦੀ ਹੈ ਤੇ ਸਫਾਰੀ ਵੀ ਬਣਾਉਂਦੀ ਹੈ। ਮਤਲਬ ਉਹਦੇ ਕੋਲ ਆਰਡੀਨਰੀ ਮਾਡਲ ਵੀ ਨੇ, ਉਹਦੇ ਕੋਲ ਸਪੈਸ਼ਲਿਟੀ ਵੀ ਹੈਗੀ ਹੈ। ਇਹ ਮਾਡਲ ਜੋ ਕੰਪਨੀ ਨੇ ਬੇਸਿਕਲੀ ਇਨਵਰਟਰ 에ਅਰ ਕੰਡੀਸ਼ਨ ਵਾਸਤੇ ਇਜਾਦ ਕੀਤਾ ਹੈ, VIG 400, ਫਿਰ ਦੱਸਾਂਗਾ V ਫॉर ਵਿਕਟਰੀ, I ਫॉर ਇੰਡੀਆ, G ਫॉर ਗॉड। VIG 400 ਮਾਡਲ ਹੈ, ਇਹਨੂੰ ਤੁਸੀਂ ਇਨਵਰਟਰ AC ਦੇ ਨਾਲ ਐਡ ਆਨ ਕਰ ਸਕਦੇ ਹੋ। AC ਲੱਗਣ ਤੋਂ ਬਾਅਦ ਹੁਣ ਵੀ ਕੋਈ ਦੇਰ ਨਹੀਂ ਹੋਈ, ਇਹਦੇ ਨਾਲ ਤੁਹਾਨੂੰ ਇਨਵਰਟਰ ਦੀ ਫੇਲੀਅਰ ਰੇਸ਼ੋ
99.99% ਖਤਮ ਹੋ ਜਾਏਗੀ ਔਰ ਤੁਸੀਂ ਆਪਣੇ 에ਅਰ ਕੰਡੀਸ਼ਨ ਨੂੰ ਲੌਂਗ ਟਰਮ ਯੂਜ਼ ਕਰ ਸਕੋਗੇ। ਦੂਜੀ ਗੱਲ, ਇੱਕ ਚੀਜ਼ ਹੋਰ, ਜਿੰਨੇ ਵੀ ਫਰਿੱਜ ਅੱਛੀ ਕੰਪਨੀਆਂ ਦੇ ਆਪਾਂ ਲੈ ਰਹੇ ਹਾਂ, ਚਾਹੇ ਉਹ ਕਿਸੇ ਕੋਲ ਵੀ ਲੈ ਰਹੇ ਹਾਂ, ਲਾਈਕ ਹਿਟਾਚੀ, ਲਾਈਕ ਬੋਸ਼, ਲਾਈਕ ਹਾਇਰ, ਲਾਈਕ LG, ਲਾਈਕ ਸੈਮਸੰਗ, ਉਹ ਸਾਰੇ ਫਰਿੱਜਾਂ ਵਾਸਤੇ ਸਟੈਪਲਾਈਜ਼ਰ ਰਿਕੁਆਇਰਡ ਨੇ, 100% ਰਿਕੁਆਇਰਡ ਨੇ। ਤੁਸੀਂ ਕੰਪਨੀਆਂ ਨੂੰ ਅਗਰ ਉਹ ਤੁਹਾਨੂੰ ਇਹ ਕਹਿ ਰਹੇ ਨੇ ਕਿ ਇਹਦੇ ਵਿੱਚ ਸਟੈਪਲਾਈਜ਼ਰ ਇਨਬਿਲਟ ਹੈ ਤਾਂ ਪਲੀਜ਼ ਉਹਦਾ ਮੈਨੂਅਲ ਪੜ੍ਹੋ ਔਰ ਪਲੀਜ਼ ਜਿਹੜੇ ਬੰਦਿਆਂ ਦੀ ਚਿਪ ਸੜੀਆਂ ਨੇ, PCB ਸੜੀਆਂ ਨੇ ਔਰ ਉਹਨਾਂ ਨੇ 10 ਤੋਂ 15 ਹਜ਼ਾਰ ਰੁਪਈਆ ਪੇ ਕੀਤਾ ਹੈ, ਪਲੀਜ਼ ਮੇਰੇ ਇਸ ਫੇਸਬੁੱਕ ਉੱਤੇ ਆ ਕੇ ਜਾਂ ਮੇਰੇ YouTube ਚੈਨਲ ਦੇ ਉੱਤੇ ਆ ਕੇ ਪਲੀਜ਼ ਦੱਸੋ, ਤਾਂ ਜੋ ਲੋਕਾਂ ਨੂੰ ਇਹ ਲੱਗੇ ਕਿ ਆਪਾਂ ਜਦੋਂ 15,000 ਰੁਪਈਆ ਖਰਚ ਲਾਂਗੇ, ਨੁਕਸਾਨ ਜਰਾਂਗੇ, 4-5 ਦਿਨ ਛੁੱਟੀ ਕਰਾਂਗੇ, ਉਸ ਚੀਜ਼ ਤੋਂ ਸਾਨੂੰ ਉਸ ਚੀਜ਼ ਦਾ ਫਾਇਦਾ ਨਹੀਂ ਮਿਲ ਪਾਏਗਾ, ਤੇ ਘੱਟੋ ਘੱਟ ਆਪਾਂ 2,000 ਰੁਪਈਆ ਲਾ ਕੇ ਉਹਦੀ ਚੀਜ਼ ਦੇ ਨਾਲ ਇੱਕ ਇਹੋ ਜਿਹੀ ਸਪੋਰਟ ਲਾ ਸਕਦੇ ਹਾਂ ਜਿਹੜੀ ਆਪਾਂ ਨੂੰ ਇਸ ਨੁਕਸਾਨ ਤੋਂ ਬਚਾ ਸਕਦੀ ਹੈ। ਹੁਣ ਮੈਂ ਤੁਹਾਨੂੰ ਜਿਵੇਂ ਇਨਵਰਟਰ ਦੇ ਸਟੈਪਲਾਈਜ਼ਰ ਬਾਰੇ ਦੱਸਿਆ, ਮੈਂ ਤੁਹਾਨੂੰ ਫ੍ਰਿਜ ਦੇ ਵੀ ਜੋ ਸਟੈਪਲਾਈਜ਼ਰ ਬਣਾਏ ਗਏ ਹੈ ਉਹਦੇ ਬਾਰੇ ਅਵੇਅਰ ਕਰਨਾ ਚਾਹਾਂਗਾ। ਮੈਂ ਕਹਾਂਗਾ ਵੀਰ ਜੀ ਨੂੰ ਮੈਨੂੰ VG 100 ਦਿੱਤਾ ਜਾਵੇ। ਇੱਕ ਆ ਸਟੈਪਲਾਈਜ਼ਰ ਹੈ ਜੀ ਫ੍ਰਿਜ ਵਾਸਤੇ, VG 100, V ਫॉर ਵਿਕਟਰੀ, G ਫॉर ਗॉड, VG 100। ਇਹ ਦੋਨਾਂ ਦੀ ਆਲਮੋਸਟ 5 ਈਅਰ ਵਾਰੰਟੀ ਇਹਦੀ ਹੈ ਜੀ, 3 ਈਅਰ ਵਾਰੰਟੀ ਇਹਦੀ ਹੈ। ਔਰ ਇਹ ਮਾਡਲ ਮੈਂ ਤੁਹਾਨੂੰ ਕਹਾਂਗਾ ਤੁਸੀਂ ਕਿਸੇ ਵੀ ਫ੍ਰਿਜ ਦੇ ਉੱਤੇ ਲਾਓ, ਤੁਹਾਡੇ ਫ੍ਰਿਜ ਦੀ ਪਰਫਾਰਮੈਂਸ ਆਲਮੋਸਟ ਡਬਲ ਹੋ ਜਾਏਗੀ। ਇਹ ਦੋਨਾਂ ਚੀਜ਼ਾਂ ਦਾ ਸਭ ਤੋਂ ਵੱਡਾ ਸਾਡਾ ਫਾਇਦਾ ਆਪਾਂ ਨੂੰ ਇਹ ਹੈ ਕਿ ਲਾਈਟ ਦੀ ਫਲਕਚੁਏਸ਼ਨ ਜਾਂ ਕੱਟ ਵੱਢ ਤੋਂ ਬਾਅਦ ਜਦੋਂ ਵੀ ਕੋਈ ਫਲਕਚੁਏਸ਼ਨ ਤੁਹਾਡੇ ਬਾਹਰ ਜਾਂ ਤੁਹਾਡੇ ਏਰੀਆ ਦੇ ਵਿੱਚ ਹੋਏਗੀ ਜਾਂ ਤੁਹਾਡੇ ਘਰ ਦੇ ਵਿੱਚ ਹੋਏਗੀ, ਤੁਹਾਡੇ 에ਅਰ ਕੰਡੀਸ਼ਨ ਤੇ ਤੁਹਾਡੇ ਫ੍ਰਿਜ ਦੀ ਸਪਲਾਈ ਨੂੰ ਡਿਸਕਨੈਕਟ ਕਰ ਦੇਣਗੇ। ਔਰ ਜਦੋਂ ਤੱਕ ਉਹ ਫੇਲੀਅਰ ਐਕਚੁਅਲ ਓਕੇ ਨਹੀਂ ਹੋ ਜਾਂਦਾ, ਇਹ ਤੁਹਾਡੇ ਉਸ ਇਨਸਟਰੂਮੈਂਟ ਨੂੰ ਲਾਈਟ ਨਹੀਂ ਦੇਣਗੇ। ਪਲੀਜ਼, ਅਗਰ ਤੁਸੀਂ ਆਪਣੇ ਫੇਲੀਅਰ ਨੂੰ ਘਟਾਉਣਾ ਚਾਹੁੰਦੇ ਹੋ, ਅਗਰ ਤੁਸੀਂ ਨਵੀਆਂ ਚੀਜ਼ਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ, ਤਾਂ ਪਲੀਜ਼ ਕਿਸੇ ਸਿਆਣੇ ਬੰਦੇ ਦੀ ਘੱਟੋ ਘੱਟ ਸਲਾਹ ਜ਼ਰੂਰ ਲਓ। ਘੱਟੋ ਘੱਟ ਉਸ ਨੂੰ ਮੌਕਾ ਦਿਓ ਕਿ ਉਹ ਤੁਹਾਨੂੰ ਸਰਵਿਸ ਦੇ ਸਕੇ। ਮੈਂ ਜਦੋਂ ਵੀ ਕੋਈ ਮੇਰੇ ਕੋਲ 에ਅਰ ਕੰਡੀਸ਼ਨ ਲੈਣ ਆਉਂਦਾ ਹੈ, ਮੈਂ ਉਸ ਹਰ ਬੰਦੇ ਨੂੰ 10 ਮਿੰਟ ਅੱਧਾ ਘੰਟਾ ਲਾ ਕੇ ਸਲਾਹ ਦਿੰਦਾ। ਕੁਝ ਲੋਕ ਮੇਰੀ ਸਲਾਹ ਮੰਨਦੇ ਆ ਤੇ ਅੱਜ ਉਹ ਮੇਰੇ ਨਾਲ ਜੁੜੇ ਹੋਏ ਆ। ਤਕਰੀਬਨ 10,000 ਫੈਮਲੀਆਂ ਅੱਜ ਮੇਰੇ ਜੋਲੀ ਰੈਫ੍ਰਿਜਰੇਸ਼ਨ ਦੇ ਨਾਲ ਜੁੜੀਆਂ ਹੋਈਆਂ। ਠੀਕ ਹੈ ਜੀ, ਤੁਸੀਂ ਮੈਨੂੰ ਦੇਸ਼ਾਂ ਵਿਦੇਸ਼ਾਂ 'ਚੋਂ ਫੋਨ ਕਰਦੇ ਹੋ। ਮੈਂ ਸਿਰਫ ਤੇ ਸਿਰਫ ਜਿਸ ਲਾਈਨ ਦਾ ਮਾਸਟਰ ਆ ਉਹਦੇ ਬਾਰੇ ਬੋਲਦਾ, ਨਾ ਮੈਂ ਕਿਸੇ ਧਰਮ ਦਾ, ਨਾ ਮੈਂ ਕਿਸੇ ਰਾਜਨੀਤੀ ਦਾ, ਕਿਸੇ ਚੀਜ਼ ਦਾ ਮੈਂ ਪਾਤਰ ਨਹੀਂ ਬਣਦਾ। ਮੈਂ ਪਿਛਲੇ 20 ਸਾਲ ਤੋਂ 25 ਸਾਲ ਤੋਂ ਮਕੈਨਿਕ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਕੇ ਅੱਜ ਇੱਕ ਸ਼ੋਰੂਮ ਦਾ ਓਨਰ ਆ। ਮੈਂ ਹਰ ਉਸ ਬੰਦੇ ਨੂੰ ਆਪਣੀ ਲਾਈਨ ਦਾ ਫਾਇਦਾ ਦੇਣਾ ਚਾਹੁੰਦਾ ਜਿਹੜਾ ਬੰਦਾ ਮੇਰੇ ਨਾਲ ਕਿਸੇ ਵੀ ਰੂਪ 'ਚ ਜੁੜਿਆ। ਤੁਸੀਂ ਮੈਨੂੰ ਮੇਰੇ ਨੰਬਰ ਦੇ ਉੱਤੇ ਕਾਲ ਕਰਕੇ ਕਿਹੜੇ ਕੰਪਨੀ ਦਾ ਔਰ ਕਿਹੜੀ ਚੀਜ਼ ਦਾ ਸਟੈਪਲਾਈਜ਼ਰ ਔਰ ਕਿਹੜੀ AC ਕਿਸ ਜਗ੍ਹਾ ਲਈ ਰਿਕੁਆਇਰਮੈਂਟ ਹੈ, ਮੇਰੇ ਤੋਂ ਉਹ ਪੁੱਛ ਸਕਦੇ ਹੋ। ਉਸ ਚੀਜ਼ ਦਾ ਕੋਈ ਚਾਰਜ ਨਹੀਂ ਹੈਗਾ। ਮੈਂ ਤੁਹਾਨੂੰ ਟਾਈਮ ਦਿਆਂਗਾ, ਮੈਂ ਤੁਹਾਨੂੰ ਉਸ ਲਈ ਫੋਨ 'ਚ ਦੱਸਾਂਗਾ। ਜ਼ਰੂਰਤ ਪਈ ਤਾਂ ਮੈਂ ਜਿਹੜੇ ਆਪਣੇ ਇੰਜੀਨੀਅਰ ਅਪਾਇੰਟ ਕੀਤੇ ਹੈ ਉਹ ਤੁਹਾਨੂੰ ਭੇਜ ਦਿਆਂਗਾ। ਲੇਕਿਨ ਪਲੀਜ਼ ਇਸ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।